ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ। ਅੱਜ ਦੀ ਇਸ ਵੀਡੀਓ ਵਿੱਚ ਅਸੀਂ ETT 5994 ਭਰਤੀ ਦੇ ਪੋਰਟਲ ਓਪਨ ਹੋਣ ਸੰਬੰਧੀ ਕੀ ਕੁਝ ਵੱਖਰਾ ਹੈ ਇਸ ਦਾ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਨੰਬਰ ਆਫ ਪੋਸਟ ਜੋ ਆਈਆਂ ਹਨ ਉਸ ਦੀ ਵੰਡ ਕਿਵੇਂ ਹੈ। ਤੇ ਸ਼ੁਰੂ ਦੇ ਵਿੱਚ ਇਹ ਦੱਸਣਾ ਜ਼ਰੂਰੀ ਹੋਵੇਗਾ ਕਿ ਜੋ ਫਰੈਸ਼ ਪੋਸਟਾਂ ਹਨ ਉਹ ਸਿਰਫ 3000 ਹਨ ਜੀ। ਔਰ ਉਹਨਾਂ 3000 ਫਰੈਸ਼ ਪੋਸਟਾਂ ਦੀ ਵੰਡ ਜੋ ਹੈ ਉਸ ਦੇ ਬਾਰੇ ਇਸ ਤਰ੍ਹਾਂ ਹੈ ਕਿ ਜਨਰਲ ਕੈਟੇਗਰੀ ਵਾਸਤੇ 840 ਪੋਸਟਾਂ ਹਨ ਤੇ 330 ਪੋਸਟਾਂ ਜੋ ਹਨ ਉਹ ਫੀਮੇਲ ਦੇ ਵਾਸਤੇ ਵਿਮਨ ਦੇ ਵਾਸਤੇ ਰਿਜ਼ਰਵ ਹਨ ਤੇ ਟੋਟਲ ਜਨਰਲ ਵਾਸਤੇ 1170 ਪੋਸਟਾਂ ਹਨ। ਇਸੇ ਤਰ੍ਹਾਂ SC M&B 180 ਪੋਸਟਾਂ ਜੋ ਹਨ ਤੇ 120 ਔਰਤਾਂ ਵਾਸਤੇ ਰਿਜ਼ਰਵ ਹੋਣ ਕਰਕੇ ਸਾਰੀਆਂ ਜੋ ਪੋਸਟਾਂ ਹਨ ਉਹਦਾ ਟੋਟਲ 300 ਬਣਦਾ ਹੈ। ਤੇ ਇਹੀ SC R&O ਦੇ ਬਾਰੇ ਹੈ ਕਿ 180 ਪੋਸਟਾਂ ਹਨ ਤੇ ਜਿਨ੍ਹਾਂ ਵਿੱਚੋਂ 120 ਔਰਤਾਂ ਵਾਸਤੇ ਰਿਜ਼ਰਵ ਹਨ ਤੇ ਇਸ ਕਰਕੇ ਟੋਟਲ ਬਣਿਆ 300। BC ਦੀਆਂ 180 ਪੋਸਟਾਂ ਜਿਨ੍ਹਾਂ ਦੇ ਵਿੱਚੋਂ 120 ਵਿਮਨ ਦੇ ਵਾਸਤੇ ਰਿਜ਼ਰਵ ਤੇ ਕੁੱਲ 300 ਪੋਸਟਾਂ ਹਨ। ਇਸੇ ਤਰ੍ਹਾਂ ਜਨਰਲ ਐਕਸ ਸਰਵਿਸਮੈਨ ਦੀਆਂ ਫਰੈਸ਼ ਪੋਸਟਾਂ ਜੋ ਹਨ 90 ਔਰ ਔਰਤਾਂ ਵਾਸਤੇ 120 ਟੋਟਲ 210। SC R&O ਐਕਸ ਸਰਵਿਸਮੈਨ ਦੀਆਂ ਫਰੈਸ਼ ਪੋਸਟਾਂ 60 ਹਨ ਤੇ SC M&B ਦੀਆਂ ਵੀ ਐਕਸ ਸਰਵਿਸਮੈਨ ਦੀਆਂ 60 ਪੋਸਟਾਂ ਹਨ। BC ਐਕਸ ਸਰਵਿਸਮੈਨ ਦੀਆਂ 60 ਪੋਸਟਾਂ, ਜਨਰਲ ਸਪੋਰਟਸ ਦੀਆਂ 30 ਔਰ 30 ਮੀਨਿੰਗ ਕਿ 30 ਔਰਤਾਂ ਦੇ ਵਾਸਤੇ ਰਿਜ਼ਰਵ 60 ਪੋਸਟਾਂ ਹਨ ਤੇ EWS ਦੀਆਂ 210 ਪੋਸਟਾਂ ਜਿਨ੍ਹਾਂ ਵਿੱਚੋਂ 90 ਵਿਮਨ ਵਾਸਤੇ ਰਿਜ਼ਰਵ ਤੇ ਕੁੱਲ 300 ਪੋਸਟਾਂ। ਇਸ ਤਰ੍ਹਾਂ ਗ੍ਰੈਂਡ ਟੋਟਲ ਜੋ ਬਣਦਾ ਹੈ ਉਹ 2025 ਤੇ 975 ਪੋਸਟਾਂ ਇਹਨਾਂ ਦੇ ਵਿੱਚੋਂ ਜੋ ਵਿਮਨ ਦੇ ਵਾਸਤੇ ਰਿਜ਼ਰਵ ਤੇ ਕੁੱਲ ਫਰੈਸ਼ ਪੋਸਟਾਂ ਦੀ ਗਿਣਤੀ 3000 ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਇਹ 5994 ਪੋਸਟਾਂ ਜੋ ਕਹੀਆਂ ਜਾ ਰਹੀਆਂ ਸਨ ਉਹ ਕਿਸ ਤਰ੍ਹਾਂ ਹਨ। ਉਹਨਾਂ ਵਿੱਚੋਂ 2994 ਪੋਸਟਾਂ ਜੋ ਹਨ ਉਹ ਬੈਕਲੌਗ ਦੀਆਂ ਹਨ ਵੱਖ-ਵੱਖ ਕੈਟੇਗਰੀ ਦੀਆਂ ਜਿਨ੍ਹਾਂ ਦੇ ਵਿੱਚੋਂ ਕਿ ਐਕਸ ਸਰਵਿਸਮੈਨ ਜੋ ਹਨ ਕੁਝ ਜਨਰਲ ਹਨ, ਕੁਝ SC ਕੈਟੇਗਰੀ, ਕੁਝ M&B SC ਕੈਟੇਗਰੀ ਵਿੱਚ ਹਨ ਤੇ ਕੁਝ ਸਪੋਰਟਸ ਦੀਆਂ ਪੋਸਟਾਂ ਹਨ। ਯਾਨੀ ਕਿ 2994 ਪੋਸਟਾਂ ਜੋ ਹਨ ਉਹ ਬੈਕਲੌਗ ਦੀਆਂ ਤੇ 3000 ਪੋਸਟਾਂ ਜੋ ਹਨ ਫਰੈਸ਼ ਹਨ। ਇਸ ਤਰ੍ਹਾਂ ਕਰਕੇ ਇਹ ਸਾਰਾ ਟੋਟਲ 5994 ਬਣਦਾ ਹੈ। ਤਾਂ ਹੁਣ ਗੱਲ ਕਰਦੇ ਹਾਂ ਕਿ ਯੋਗਤਾ ਦੀ। ਜਿਵੇਂ ਕਿ ਸ਼ੁਰੂ ਦੇ ਵਿੱਚ ਲਿਖਿਆ ਹੋਇਆ ਹੈ ਇੰਜ ਲੱਗਦਾ ਹੈ ਜਿਵੇਂ ਕਿ ਯੋਗਤਾ ਜਿਹੜੀ ਹੈਗੀ ਹੈ ਉਹ BA ਲੈਵਲ ਦੀ ਹੈ, ਪਰੰਤੂ ਐਸਾ ਕੁਝ ਨਹੀਂ ਹੈ। ਇਸ ਤੋਂ ਜੇਕਰ ਨੀਚੇ ਅਸੀਂ ਪੜ੍ਹਦੇ ਹਾਂ ਸਾਰਾ ਨੋਟੀਫਿਕੇਸ਼ਨ ਤੇ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਹੈ ਕਿ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਹੋਵੇ 2 ਸਾਲ ਦਾ ਤੇ +2 ਵਾਲੇ ਜੋ ਹਨ ਉਹ ਕੰਪੀਟੈਂਟ ਹਨ, ਉਹ ਐਲੀਜੀਬਲ ਹਨ ਕੈਂਡੀਡੇਟ। ਔਰ ਇਹ ਸਿਰਫ ਇਸ ਭਰਤੀ ਵਾਸਤੇ ਹੀ ਨਹੀਂ ਸਗੋਂ 30 ਸਤੰਬਰ 2025 ਤੱਕ ਇਹ ਜੋ ਯੋਗਤਾ ਹੈ +2 ਪਲੱਸ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਇਹ ਰਹੇਗਾ, ਇਹ ਜਾਰੀ ਰਹੇਗਾ ਤੇ ਉਸ ਤੋਂ ਬਾਅਦ ਜੋ ਯੋਗਤਾ ਹੈ ਉਹ BA ਦੀ ਹੋ ਸਕਦੀ ਹੈ। ਜੇਕਰ ਅਪਲਾਈ ਕਰਨ ਦੀ ਆਖਰੀ ਮਿਤੀ ਦੀ ਗੱਲ ਕਰੀਏ ਤੇ ਇਹ 10/11/2022 ਹੈ, ਯਾਨੀ ਕਿ 10 ਨਵੰਬਰ 2022 ਅਪਲਾਈ ਕਰਨ ਦੀ ਆਖਰੀ ਮਿਤੀ ਹੈ। ਔਰ ਉਮਰ ਦੀ ਜਿਹੜੀ ਸੀਮਾ ਹੈ ਉਹ ਗਿਣਨੀ ਹੈ 1/1/2022 ਤੱਕ, ਯਾਨੀ ਕਿ 1 ਜਨਵਰੀ 2022 ਤੱਕ ਜੋ ਕੈਂਡੀਡੇਟ ਹੈ ਜਨਰਲ ਕੈਟੇਗਰੀ 18 ਤੋਂ 37 ਸਾਲ ਦਾ ਕੈਂਡੀਡੇਟ ਹੋਣੇ ਚਾਹੀਦੇ ਹਨ। ਪਰੰਤੂ SC ST ਪਛੜੀ ਸ਼੍ਰੇਣੀ ਦੇ ਵਾਸਤੇ ਉਮਰ ਹੱਦ ਉੱਪਰਲੀ ਉਮਰ ਹੱਦ ਦੇ ਵਿੱਚ 5 ਸਾਲ ਦੀ ਛੋਟ ਦਿੱਤੀ ਜਾਵੇਗੀ। ਇਸੇ ਤਰ੍ਹਾਂ ਵਿਧਵਾ ਤੇ ਤਲਾਕਸ਼ੁਦਾ ਔਰਤਾਂ ਵਾਸਤੇ
42 ਸਾਲ ਤੱਕ ਦੀ ਉੱਪਰਲੀ ਉਮਰ ਹੱਦ ਰਹੇਗੀ ਤੇ ਪੰਜਾਬ ਵਸਨੀਕ ਹੈਂਡੀਕੈਪਡ ਜੋ ਹਨ ਉਹਨਾਂ ਵਾਸਤੇ ਉਮਰ ਦੀ ਜੋ ਛੋਟ ਹੈ ਉਹ 10 ਸਾਲ ਦੀ ਹੋਵੇਗੀ। ਇੱਕ ਨਵੀਂ ਗੱਲ ਇਸ ਦੇ ਵਿੱਚ ਇਹ ਹੈ ਕਿ ਇਸ ਵਾਰ ਸਿੱਖਿਆ ਪ੍ਰੋਵਾਈਡਰ EGS AIE ਤੇ STR ਜੋ ਵਲੰਟੀਅਰ ਸਨ ਉਹਨਾਂ ਨੂੰ ਉਮਰ ਹੱਦ ਦੇ ਵਿੱਚ ਛੋਟ ਦੇਣ ਦਾ ਨਵਾਂ ਇੱਕ ਫਾਰਮੂਲਾ ਦਿੱਤਾ ਗਿਆ ਹੈ। ਉਹ ਫਾਰਮੂਲਾ ਕੀ ਹੈ ਕਿ ਉਸ ਦੇ ਅਨੁਸਾਰ ਜਿੰਨੀ ਉਹਨਾਂ ਦੀ ਯਾਨੀ ਕਿ ਕੈਂਡੀਡੇਟ ਦੀ ਜਿੰਨੀ ਨੌਕਰੀ ਦਾ ਸਮਾਂ ਹੈ ਉਸ ਨੂੰ ਉਸ ਉਮਰ ਸਮੇਂ ਨੂੰ ਉੱਪਰਲੀ ਉਮਰ ਸੀਮਾ ਦੇ ਵਿੱਚੋਂ ਘਟਾ ਦਿੱਤਾ ਜਾਵੇਗਾ। ਕਹਿਣ ਦਾ ਭਾਵ ਇਹ ਹੈ ਕਿ ਸਪੋਜ਼ ਕਰ ਲਓ ਕਿ ਕਿਸੇ ਕੈਂਡੀਡੇਟ ਦੀ 5 ਸਾਲ ਦੀ ਸਰਵਿਸ ਹੈ ਐਜ਼ EGS ਜਾਂ AIE ਜਾਂ STR ਤੇ ਉਸ ਦੇ ਵਾਸਤੇ ਉੱਪਰਲੀ ਉਮਰ ਦੀ ਹੱਦ ਜੋ ਹੋਏਗੀ ਉਹ 37 + 5 42 ਹੋ ਜਾਏਗੀ। ਜੇਕਰ ਕਿਸੇ ਦੀ 7 ਸਾਲ ਸਰਵਿਸ ਹੈ ਤੇ ਫਿਰ ਉਸ ਦੇ ਵਾਸਤੇ ਇਹ 37 + 7 ਇਹ 44 ਈਅਰਸ ਬਣ ਜਾਏਗੀ ਉੱਪਰਲੀ ਹੱਦ ਦੀ ਸੀਮਾ। ਤਾਂ ਇਹ ਇੱਕ ਨਵੀਂ ਜੋ ਮੱਦ ਹੈ ਐਡ ਕੀਤੀ ਗਈ ਹੈ ਔਰ ਇਸ ਢੰਗ ਦੇ ਨਾਲ ਉਹਨਾਂ ਦੀ ਉੱਪਰਲੀ ਉਮਰ ਹੱਦ ਦੀ ਗਿਣਤੀ ਕੀਤੀ ਜਾਵੇਗੀ। ਜੇਕਰ ਫੀਸ ਦੀ ਗੱਲ ਕਰੀਏ ਤੇ ਜਨਰਲ ਕੈਟੇਗਰੀ ਵਾਸਤੇ ਤੇ 1000 ਰੁਪਏ ਹੈ ਔਰ ਬਾਕੀਆਂ ਦੇ ਵਾਸਤੇ 500 ਰੁਪਏ ਯਾਨੀ ਕਿ SC ST ਉਹਨਾਂ ਵਾਸਤੇ 500 ਰੁਪਏ ਹੋਵੇਗੀ ਔਰ ਸਾਬਕਾ ਸੈਨਿਕਾਂ ਦੇ ਵਾਸਤੇ ਵੀ 500 ਰੁਪਏ ਹੋਏਗੀ ਔਰ ਜਨਰਲ ਤੇ ਹੋਰ ਕੈਟੇਗਰੀਆਂ ਵਾਸਤੇ ਜਿਵੇਂ ਕਿ ਪਹਿਲਾਂ ਤੁਹਾਨੂੰ ਦੱਸਿਆ ਹੀ ਜਾ ਚੁੱਕਿਆ ਹੈ ਕਿ 1000 ਰੁਪਏ ਫੀਸ ਰੱਖੀ ਗਈ ਹੈ। ਹੁਣ ਗੱਲ ਕਰਦੇ ਹਾਂ ਕਿ ਇਸ 59-94 ਦੀ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਕੀਤੀ ਜਾ ਰਹੀ ਸੀ ਤੇ ਇਸ ਦੇ ਵਿੱਚ ਕੁਝ ਨਵੀਆਂ ਗੱਲਾਂ ਜੋ ਹਨ ਵੱਖਰੀਆਂ ਗੱਲਾਂ ਹਨ ਉਹਨਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਇਹ ਕਿ ਕਿਸੇ ਨੂੰ ਵੀ ਇਸ ਗੱਲ ਦਾ ਪੂਰਾ ਇਲਮ ਨਹੀਂ ਸੀ ਕਿ ਇਹ ਸਾਰੀਆਂ ਜਿਹੜੀਆਂ 59-94 ਪੋਸਟਾਂ ਹਨ ਇਹਨਾਂ ਨੂੰ 2 ਕੈਟੇਗਰੀਆਂ ਦੇ ਵਿੱਚ ਵੰਡਿਆ ਜਾਏਗਾ ਕਿ 3000 ਫਰੈਸ਼ ਤੇ 2994 ਬੈਕਲੌਗ ਦੀਆਂ। ਸਭ ਇਹੀ ਸੋਚ ਰਹੇ ਸਨ ਕਿ ਸਾਰੀਆਂ ਦੇ ਸਾਰੀਆਂ ਸ਼ਾਇਦ 59-94 ਪੋਸਟਾਂ ਆਮ ਪੋਸਟਾਂ ਵਾਂਗ ਇਹਨਾਂ ਨੂੰ ਗਿਣਿਆ ਜਾਏਗਾ, ਪਰੰਤੂ ਨਹੀਂ, ਇਸ ਦੇ ਵਿੱਚ 2994 ਪੋਸਟਾਂ ਜੋ ਹਨ ਉਹ ਸਾਬਕਾ ਫੌਜੀਆਂ ਦੇ ਵਾਸਤੇ ਜਾਂ ਹੋਰ ਕੈਟੇਗਰੀ ਦੇ ਵਿੱਚ ਮਤਲਬ ਕਿ ਉਹ ਖਾਸ ਤੌਰ ਦੇ ਉੱਤੇ ਐਕਸ ਸਰਵਿਸਮੈਨ ਦੇ ਵਾਸਤੇ ਹੀ ਹਨ ਔਰ 2994 ਪੋਸਟਾਂ ਉਹ ਮਿਲਾ ਕੇ 3000 ਇਹ ਫਰੈਸ਼ ਜੋ ਪੋਸਟਾਂ ਆਈਆਂ ਹਨ ਇਹ ਮਿਲਾ ਕੇ ਤੇ ਕੁੱਲ 5994 ਪੋਸਟਾਂ ਬਣਦੀਆਂ ਹਨ। ਇਸ ਦੇ ਨਾਲ ਹੋ ਸਕਦਾ ਹੈ ਕਿ ਕੁਝ ਕੈਂਡੀਡੇਟਸ ਨੂੰ ਇਸ ਦੇ ਨਾਲ ਥੋੜਾ ਮੈਂਟਲੀ ਸ਼ੌਕ ਵੀ ਲੱਗਿਆ ਹੋਵੇ, ਧੱਕਾ ਵੀ ਪਹੁੰਚਿਆ ਹੋਵੇ, ਪਰੰਤੂ ਨਹੀਂ, ਜੋ ਵੀ ਹੈ ਉਹ ਸਭ ਕੁਝ ਦੇ ਸਾਡੇ ਸਾਹਮਣੇ ਹੀ ਹੈ। ਇਸ ਨੂੰ ਥੋੜਾ ਪੋਜ਼ਿਟਿਵਲੀ ਹੀ ਲੈਣਾ ਚਾਹੀਦਾ ਹੈ ਔਰ ਇਸ ਦੀ ਤਿਆਰੀ ਕਰਨੀ ਚਾਹੀਦੀ ਹੈ। ਪਰੰਤੂ ਇੱਕ ਹੋਰ ਵੱਖਰੀ ਗੱਲ ਇਸ ਦੇ ਵਿੱਚ ਜੋ ਹੈ ਕਿ ਪਿਛਲੀ ਜੋ ETT 66 ਦੀ ਭਰਤੀ ਸੀ ਉਸ ਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਉਚੇਰੀ ਸਿੱਖਿਆ ਜੋ ਹੈ ਉਸ ਨੂੰ ਪ੍ਰੈਫਰੈਂਸ ਦਿੰਦੇ ਹੋਏ BA ਦੇ ਫਸਟ ਡਿਵੀਜ਼ਨ ਵਾਲੇ ਨੂੰ 5 ਤੇ ਸੈਕੰਡ ਨੂੰ 3 ਔਰ ਥਰਡ ਡਿਵੀਜ਼ਨ ਨੂੰ 2 ਅੰਕ ਦਿੱਤੇ ਜਾਣਗੇ, ਪਰੰਤੂ ਕਿਤੇ ਵੀ ਇਸ ਦਾ ਜ਼ਿਕਰ ਇਸ ਭਰਤੀ ETT 5994 ਵਿੱਚ ਕਿਤੇ ਵੀ ਜ਼ਿਕਰ ਅਜਿਹਾ ਨਹੀਂ ਹੈ। ਤਾਂ ਸਪਸ਼ਟ ਹੀ ਹੈ ਕਿ BA ਦੇ ਕੋਈ ਹੁਣ 5, 3 ਜਾਂ 2 ਅੰਕ ਵਾਧੂ ਅੰਕ ਜੋ ਹਨ ਉੱਚੀ ਸਿੱਖਿਆ ਦੇ ਇਹ ਨਹੀਂ ਦਿੱਤੇ ਜਾਣਗੇ। ਫਿਰ ਜੋ ਪੇਪਰ ਹੈ ਉਸ ਦੇ ਅੰਕਾਂ ਦੀ ਗਿਣਤੀ ਜੋ ਹੈ ਡਬਲ ਕਰ ਦਿੱਤੀ ਗਈ ਹੈ, ਯਾਨੀ ਕਿ ਅੱਗੇ 100 ਨੰਬਰ ਦਾ ਪੇਪਰ ਸੀ ਤੇ ਹੁਣ ਇਹ 200 ਅੰਕਾਂ ਦਾ ਪੇਪਰ ਹੋਵੇਗਾ। ਹੁਣ ਇਸ ਦੇ ਬਾਰੇ ਵੀ ਅਜੇ ਸਿਲੇਬਸ ਤੇ ਰਿਲੀਜ਼ ਹੋਇਆ ਨਹੀਂ, ਪਰੰਤੂ ਇਹ 100 ਵਾਧੂ ਅੰਕ ਜੋ ਹਨ ਇਹ ਕਿਸ ਦੇ ਹੋਣਗੇ। ਜਿਵੇਂ ਕਿ ਅਖਬਾਰਾਂ ਦੇ ਵਿੱਚ ਵੀ ਕਈ ਵਾਰ ਆਪਾਂ ਪੜ੍ਹ ਰਹੇ ਹਾਂ ਕਿ ਪੰਜਾਬੀ ਜੋ ਨੌਜਵਾਨ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਪ੍ਰੈਫਰੈਂਸ ਦੇਣ ਦੇ ਵਾਸਤੇ ਜੋ ਹੈ ਕੋਈ ਨਾ ਕੋਈ ਫਾਰਮੂਲਾ ਕੱਢਿਆ ਜਾਏਗਾ। ਤਾਂ ਡਾਇਰੈਕਟਲੀ ਕੋਈ ਫਾਰਮੂਲਾ ਦੇਣ ਦੀ ਬਜਾਏ ਕਿ ਪੰਜਾਬ ਦੇ ਕੈਂਡੀਡੇਟਸ ਜੋ ਹਨ ਉਹਨਾਂ ਨੂੰ ਪ੍ਰੈਫਰੈਂਸ ਦਿੱਤੀ ਜਾਏਗੀ, ਉਹਦੇ ਵਾਸਤੇ ਇਹ ਜ਼ਿਕਰ ਕੀਤਾ ਜਾ ਰਿਹਾ ਸੀ ਕਿ ਇੱਕ ਹੋਰ ਪੇਪਰ ਪੰਜਾਬੀ ਦਾ ਖਾਸ ਤੌਰ ਤੇ ਜਿਹੜਾ ਹੈ
ਉਹ 100 ਅੰਕਾਂ ਦਾ ਰੱਖਿਆ ਜਾਏਗਾ ਤੇ ਜਿਸ ਕਰਕੇ ਜੋ ਪੰਜਾਬ ਦੇ ਨੌਜਵਾਨ ਹਨ ਉਹ ਤਾਂ ਕੁਆਲੀਫਾਈ ਇਹਦੇ ਵਾਸਤੇ ਕਰ ਜਾਣਗੇ, ਕਿਉਂਕਿ ਉਹਨਾਂ ਨੇ ਮੈਟ੍ਰਿਕ ਪੱਧਰ ਤੱਕ ਜਾਂ ਪਹਿਲੀ ਜਮਾਤ ਤੋਂ ਹੀ ਪੰਜਾਬੀ ਪੜ੍ਹੀ ਹੋਈ ਹੈ ਔਰ ਉਹਨਾਂ ਨੂੰ ਬੇਸਿਕ ਨੌਲੇਜ ਹੈ ਉਸ ਦਾ। ਤੇ ਜਿਹੜੀਆਂ ਅਦਰ ਸਟੇਟਸ ਵਾਲੇ ਕੈਂਡੀਡੇਟਸ ਹਨ, ਕਿਉਂਕਿ ਉਹਨਾਂ ਨੂੰ ਪੰਜਾਬੀ ਵਿੱਚ ਉਨੀ ਪ੍ਰੋਫੀਸ਼ੀਐਂਸੀ ਉਨੀ ਮਹਾਰਤ ਹਾਸਲ ਹੋਵੇਗੀ ਨਹੀਂ, ਇਸ ਕਰਕੇ ਉਹ ਇਹਨਾਂ ਟੈਸਟਾਂ ਦੇ ਵਿੱਚ ਪੰਜਾਬੀ ਦੇ ਟੈਸਟ ਦੇ ਵਿੱਚ ਪਿੱਛੇ ਰਹਿ ਜਾਣਗੇ। ਹੁਣ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਕੀ 100 ਅੰਕਾਂ ਦਾ ਸਿਰਫ ਪੰਜਾਬੀ ਦਾ ਐਕਸਟਰਾ ਸਿਲੇਬਸ ਹੀ ਪਾਇਆ ਜਾਂਦਾ ਹੈ ਜਾਂ ਫਿਰ ਕੋਈ ਹੋਰ ਕਿਸੇ ਵਿਸ਼ੇ ਦਾ ਸਿਲੇਬਸ ਐਡ ਕਰਕੇ ਇਹ ਜੋ 100 ਵਾਧੂ ਅੰਕ ਹਨ ਇਹਨਾਂ ਦਾ ਜੋ ਹੈ ਹੋਰ ਸਬਜੈਕਟਸ ਕੋਈ ਸਿਲੇਬਸ ਦਰਜ ਕਰਕੇ ਤੇ ਉਹ 100 ਅੰਕ ਵਧਾਏ ਗਏ ਹਨ। ਇਸ ਬਾਰੇ ਅਜੇ ਕਲੈਰਿਟੀ ਨਹੀਂ ਹੈ। ਜਦੋਂ ਸਿਲੇਬਸ ਜਾਰੀ ਹੋਵੇਗਾ ਤੇ ਅੰਕਾਂ ਦੀ ਵੰਡ ਦਿੱਤੀ ਜਾਵੇਗੀ ਤਾਂ at that time we will come to know that what is the procedure for this examination and what is the division of 200 marks in it। ਤਾਂ ਉਦੋਂ ਇਸ ਦਾ ਪਤਾ ਸਪਸ਼ਟ ਹੀ ਸਾਰੇ ਕੈਂਡੀਡੇਟਸ ਨੂੰ ਚੱਲ ਜਾਏਗਾ। ਤਾਂ ਆਓ ਵੇਟ ਕਰੀਏ ਕਿ ਸਿਲੇਬਸ ਜੋ ਹੈ ਉਸ ਦੇ ਵਿੱਚ 200 ਅੰਕ ਕਿਵੇਂ ਕਿਵੇਂ ਹਨ। ਬਾਕੀ ਤਵੱਕੋਂ ਇਸੇ ਗੱਲ ਦੀ ਹੀ ਕੀਤੀ ਜਾ ਰਹੀ ਹੈ ਕਿ ਸ਼ਾਇਦ ਪੰਜਾਬੀ ਨੂੰ ਵੇਟੇਜ ਜ਼ਿਆਦਾ ਦਿੱਤੀ ਜਾਵੇਗੀ। ਫਿਰ ਇੱਕ ਉੱਪਰਲੀ ਹੱਦ ਸੀਮਾ ਜੋ ਹੈ ਉਹਦੇ ਵਾਸਤੇ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ EGS ਤੇ AIE ਔਰ STR ਜੋ ਕੈਂਡੀਡੇਟਸ ਹਨ ਉਹਨਾਂ ਨੇ ਜਿੰਨੀ ਸਰਵਿਸ ਕੀਤੀ ਹੈ ਉਨੀ ਜੋ ਉਹਨਾਂ ਦੀ ਸਰਵਿਸ ਹੈ ਉੱਪਰਲੀ ਹੱਦ ਸੀਮਾ ਦੇ ਵਿੱਚ ਐਡ ਕਰਕੇ ਤੇ ਉਸ ਜਿੰਨੀ ਬਣੇਗੀ ਉਸ ਤੋਂ ਤੱਕ ਉਹਨਾਂ ਨੂੰ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਜਿਵੇਂ ਕਿ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਹੈ ਕਿ ਜਿਵੇਂ ਸਪੋਜ਼ ਕਰ ਲਓ ਕਿਸੇ ਦੀ 7 ਸਾਲ ਦੀ ਸਰਵਿਸ ਹੈ ਐਜ਼ EGS ਜਾਂ AIE ਜਾਂ STR ਤਾਂ ਫਿਰ ਉਸ ਨੂੰ 37 ਸਾਲ ਵਿੱਚ 7 ਹੋਰ ਪਲੱਸ ਕਰਕੇ ਤੇ 44 ਸਾਲ ਬਣ ਜਾਣਗੇ। ਇਸੇ ਪ੍ਰਕਾਰ ਜੋ ਹੈ ਇਹ ਉੱਪਰਲੀ ਉਮਰ ਹੱਦ ਦੀ ਸੀਮਾ ਵਿੱਚ ਛੋਟ ਦਿੱਤੀ ਗਈ ਹੈ। ਇੱਕ ਹੋਰ ਗੱਲ ਇਸ ਗੱਲ ਦੀ ਤਵੱਕੋਂ ਕੀਤੀ ਜਾ ਰਹੀ ਸੀ ਕਿ ਓਵਰ ਏਜ ਦਾ ਮਸਲਾ 59-94 ਦੇ ਵਿੱਚ ਹੱਲ ਕਰ ਦਿੱਤਾ ਜਾਵੇਗਾ। ਭਾਵ ਕਿ ਜਿਹੜੇ ਕੈਂਡੀਡੇਟਸ ਓਵਰ ਏਜ ਹੋ ਚੁੱਕੇ ਹਨ ਉਹਨਾਂ ਦੇ ਵਾਸਤੇ ਕੋਈ ਜੋ ਹੈ ਫਾਰਮੂਲਾ ਕੱਢਿਆ ਜਾਏਗਾ, ਪਰੰਤੂ ਐਸਾ ਜ਼ਿਕਰ ਨੋਟੀਫਿਕੇਸ਼ਨ ਦੇ ਵਿੱਚ ਕੋਈ ਨਹੀਂ ਆਇਆ ਹੈ। ਤਾਂ ਫਿਲਹਾਲ ਅਜੇ ਜੋ ਸਿਰਫ EGS ਜਾਂ AIE ਜਾਂ STR ਜਾਂ ਫਿਰ ਕਿ ਕੋਈ ਜੋ ਹੈਂਡੀਕੈਪਡ ਹਨ ਉਹਨਾਂ ਨੂੰ ਉਮਰ ਦੇ ਵਿੱਚ ਛੋਟ ਦਿੱਤੀ ਹੈ ਜਾਂ ਤਲਾਕਸ਼ੁਦਾ ਜਾਂ ਫਿਰ ਵਿਧਵਾ ਔਰਤਾਂ ਦੇ ਵਾਸਤੇ ਉਮਰ ਹੱਦ ਦੇ ਵਿੱਚ ਛੋਟ ਦਿੱਤੀ ਹੈ, ਉਹ ਤੇ ਪਹਿਲਾਂ ਵੀ ਨਿਯਮਾਂ ਦੇ ਅਨੁਸਾਰ ਦਿੱਤੀ ਹੀ ਜਾਂਦੀ ਹੈ। ਤਾਂ ਇਸ ਤਰ੍ਹਾਂ ਕਰਕੇ ਕੁਝ ਗੱਲਾਂ ਜੋ ਹਨ ਇਸ ਦੇ ਵਿੱਚ ਨਵੀਆਂ ਹਨ। ਤਾਂ ਬਦਲਦੇ ਹੋਏ ਹਾਲਾਤਾਂ ਦੇ ਵਿੱਚ ਹੁਣ ਸਭ ਨੂੰ ਚਾਹੀਦਾ ਹੈ ਕਿ ਬਹੁਤ ਜ਼ਿਆਦਾ ਹੀ ਮਿਹਨਤ ਕਰਨੀ ਪੈਣੀ ਹੈ, ਕਿਉਂਕਿ ਨੰਬਰ ਆਫ ਪੋਸਟ ਜਿੰਨੀ ਐਕਸਪੈਕਟਡ ਸੀ ਉਹ ਫਰੈਸ਼ ਪੋਸਟ ਉਨੀ ਆਈ ਨਹੀਂ। ਇਸ ਕਰਕੇ ਹੋਰ ਜ਼ਿਆਦਾ ਮਿਹਨਤ ਕਰਦੇ ਹੋਏ ਆਓ ਹੌਸਲਾ ਰੱਖੀਏ ਔਰ ਇਸ ਕੰਪੀਟੀਸ਼ਨ ਦੇ ਵਿੱਚ ਜੋ ਹੈ ਬਹੁਤ ਹੀ ਜ਼ਿਆਦਾ ਮਿਹਨਤ ਕਰਕੇ ਤੇ ਇਸ ਐਗਜ਼ਾਮ ਦੇ ਵਿੱਚ ਬੈਠੀਏ ਤੇ ਸਫਲਤਾ ਹਾਸਲ ਕਰੀਏ। ਆਪਾਂ ਨੂੰ ਸਭ ਨੂੰ ਪਤਾ ਹੀ ਹੈ ਕਿ ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ, ਔਰ ਜੋ ਪਹਿਲਾਂ ਹੀ ਦਿਲ ਛੱਡ ਜਾਂਦੇ ਹਨ ਉਹ ਆਪ ਨੂੰ ਪਤਾ ਹੀ ਹੈ ਕਿ ਉਹ ਕਾਮਯਾਬੀ ਹਾਸਲ ਨਹੀਂ ਕਰਿਆ ਕਰਦੇ। ਕੋਈ ਵੀ ਜਿਹੜੀ ਜੰਗ ਹੈ ਉਹ ਲੜ ਕੇ ਜਿੱਤੀ ਜਾਂਦੀ ਹੈ, ਜੇਕਰ ਪਹਿਲਾਂ ਹੀ ਹਥਿਆਰ ਸੁੱਟ ਦਿੱਤੇ ਜਾਣ ਤੇ ਫਿਰ ਤੇ ਉਸ ਦਾ ਨੁਕਸਾਨ ਹੀ ਹੁੰਦਾ ਹੈ। ਔਰ ਬਹੁਤ ਸਾਰੇ ਇਤਿਹਾਸ ਗਵਾਹ ਹੈ ਕਿ ਜਿਨ੍ਹਾਂ ਨੇ ਬਿਨਾਂ ਲੜੇ ਤੋਂ ਹੀ ਹੌਸਲਾ ਛੱਡ ਕੇ ਹਥਿਆਰ ਸੁੱਟ ਦਿੱਤੇ ਉਹ ਤਾਂ ਫਿਰ ਹਾਰ ਵਾਲੇ ਪਾਸੇ ਹੀ ਗਏ। ਇਸ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੇ ਵਾਸਤੇ ਆਓ ਹੋਰ ਜ਼ਿਆਦਾ ਮਿਹਨਤ ਕਰੀਏ ਤੇ ਇਸ ਦੇ ਵਿੱਚ ਇਸ ਭਰਤੀ ਦੇ ਵਿੱਚ ਸਫਲਤਾ ਹਾਸਲ ਕਰੀਏ। ਤਾਂ ਟਾਈਮ ਟੂ ਟਾਈਮ ਸਾਡੇ ਚੈਨਲ ਦੁਆਰਾ ਹੋਰ ਵੀ ਜੋ ਵੀ ਨਵੀਂ ਅਪਡੇਟ ਆਵੇਗੀ 59-94 ਦੀ ਭਰਤੀ ਸੰਬੰਧੀ ਉਹ ਟਾਈਮ ਟੂ ਟਾਈਮ ਆਪ ਜੀ ਨੂੰ ਇੱਕ ਵੀਡੀਓ ਦੇ ਮਾਧਿਅਮ ਰਾਹੀਂ ਆਪ ਤੱਕ ਜਾਣਕਾਰੀ ਸਾਂਝੀ ਕਰ ਦਿੱਤੀ ਜਾਵੇਗੀ, ਸ਼ੇਅਰ ਕਰ ਦਿੱਤੀ ਜਾਵੇਗੀ। ਤਾਂ ਅੱਜ ਦੀ ਇਸ ਵੀਡੀਓ ਵਿੱਚ ਬਸ ਇੰਨਾ ਹੀ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ।